ਵਾਹਿਗੁਰੂ 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 ਵਾਹ ਵਾਹ ਵਾਹਿਗੁਰੂ 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 ਵਿਸਰ ਨਹੀਂ ਦਾਤਾਰ ਵਿਸਰ ਨਹੀਂ ਦਾਤਾਰ अपना नाम दे हो अपना नाम दे हो गुण गावा दिन रात गुण गावा दिन रात नानक चाहोए हो 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 वाहेगुरु 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 जी का खालसा वाहेगुरु जी की फतेह। सलोक महला तीजा तीजे पातशाह धन धन गुरु अमरदास महाराज जी दे पावन ए बोल हन जी। माया ममता मोनी जिन विन दंता जग खाया। माया दी अपनत यानी भाव ये ख्याल कि ये मेरी है, ये धन मेरा है। आखो सतनाम श्री वाहिगुरू। मन नूं मोहन वाली है ये माया की अपनत जड़ी है ना, ये मन नूं बहुत चंगी लगती है। ये माया मेरी है।
ਇਸ ਨੂੰ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ। ਮਾਇਆ ਨੇ ਨਾ ਜਕੜਿਆ ਪਿਆ। ਦਰਅਸਲ ਇਹਦੇ ਦੰਦ ਨਹੀਂ ਹੁੰਦੇ, ਪਰ ਇਹ ਹਰ ਕਿਸੇ ਨੂੰ ਖਾ ਰਹੀ ਹੈ। ਇਹਨੇ ਜਕੜ ਕੇ ਰੱਖਤਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਵ ਸਮੁੱਚਾ ਹੀ ਨਿਗਲ ਲਿਆ ਹੈ। ਇੱਕ ਤੇ ਹੁੰਦਾ ਨਾ ਥੋੜ੍ਹਾ ਬਹੁਤ ਨਿਕਲਿਆ ਹੈ, ਉਹਨੇ ਸਨੇ ਸਰੀਰ ਸਾਨੂੰ ਮਨ ਸਮੇਤ, ਤਨ ਮਨ ਧਨ ਸਮੇਤ ਸਾਰਾ ਕੁਝ ਅੰਦਰ ਹੀ ਨਿਕਲ ਗਈ ਹੈ ਸਾਨੂੰ। ਅਜਗਰ ਅਕਨ, ਜਿਵੇਂ ਅਜਗਰ ਵਿੱਚ ਪਾ ਲੈਂਦਾ ਸੱਪ, ਇੱਦਾਂ ਨਿਕਲ ਗਈ ਹੈ ਮਾਇਆ। ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਮਨਮੁਖ ਇਸ ਮਮਤਾ ਵਿੱਚ ਗਰਸੇ ਗਏ ਹਨ। ਮਾਇਆ ਦੇ ਮਮਤਾ ਵਿੱਚ ਨਾ ਗਰਸੇ ਗਏ ਮਨਮੁਖ ਲੋਕ। ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਚਿੱਤ ਜੋੜਿਆ ਹੈ, ਚਿੱਤ ਜੋੜ ਲਿਆ, ਉਹ ਬਚ ਗਏ ਹਨ। ਗੁਰਮੁਖ ਸੰਤ ਪਿਆਰੇ ਮਾਇਆ ਦੀ ਜਕੜ ਤੋਂ ਛੁੱਟ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਨਮੁਖ ਗਰਸੇ ਗਏ। ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾਂ ਕਮਲਾ ਹੋਇਆ ਭਟਕਦਾ ਪਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਮਲਾ ਆਪ ਜੀ ਨੂੰ ਪਤਾ ਹੀ ਹੈ, ਪਾਗਲ ਨੂੰ ਕਿਹਾ ਜਾਂਦਾ। ਧੰਦਾ ਕਰਤਿਆ ਨੈਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਮਾਇਆ ਦੇ ਕਜੀਏ ਕਰਦਿਆਂ, ਕਾਰੋਬਾਰ ਕਰਦੇ ਹੋਏ, ਧੰਦੇ ਕਰਦੇ ਮਨੁੱਖਾ ਜਨਮ ਨੇ ਬਿਲਕੁਲ ਨੇਫਲ ਹੀ ਜਾ ਰਿਹਾ। ਨੇਫਲ ਗਵਾ ਰਿਹਾ ਹੈ ਮਨਮੁਖ, ਗਵਾ ਲੈਂਦਾ ਹੈ। ਬਲਕਿ ਸੁਖਦਾਤਾ, ਜਿਹਨੂੰ ਸੁਖਦਾਤਾ ਕਿਹਾ ਹੈ, ਨਾਮ ਦੇਣ ਵਾਲਾ ਸੁਖਦਾਤਾ ਮਨ ਵਿੱਚ ਨਹੀਂ ਵਸਾਉਂਦਾ। ਮਨਮੁਖ ਨਹੀਂ ਸੋਚਦਾ ਅੱਗੇ ਦੀ। ਉਹ ਸੋਚਦਾ ਹੈ ਇਹ ਜਗ ਡਿੱਠਾ, ਅੱਗੇ ਕਿੰਨੇ ਡਿੱਠਾ, ਅੱਗੇ ਕਿੱਧਰ ਜਾਣਾ ਹੈ ਭਾਈ, ਇਹ ਜਗ 'ਚ ਸੁੱਖ ਮਾਣ ਲਓ, ਇਹੀ ਨਾਲ ਜਾਣਾ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਪਰ ਇਹ ਨਾਨਕ ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਦੇ ਅਨੁਸਾਰ ਜਿਹੜੇ ਲੇਖ ਹੁੰਦੇ ਹੈ ਨਾ, ਇਹ ਭਗਤੀ ਦੇ ਵੀ ਪੂਰਵੇ ਜਨਮ ਦੇ ਹੀ ਬਣਦੇ ਹਨ। ਜਿਹੜਾ ਹੁਣ ਬੀਜ ਰਹੇ ਹੋ ਇਹ ਅੱਗੇ ਖਾਵੋਗੇ। ਅਰਦਾਸ ਕਰੋ ਮਹਾਰਾਜ ਹੁਣ ਸਾਨੂੰ ਇਹ ਜਨਮ ਜਿਹੜਾ ਲੇਖੇ 'ਚ ਲਾ ਲਓ, ਭਗਤੀ ਨਾਮ ਪਰਉਪਕਾਰ ਕਰਾ ਲਓ। ਪਿਛਲੇ ਦਾ ਤੇ ਹੁਣ ਖਾ ਰਹੇ, ਜੇ ਹੁਣ ਬੀਜਾਂਗੇ ਉਹੀ ਅੱਗੇ ਖਾਵਾਂਗੇ। ਸਤਿਗੁਰ ਇਹ ਇਸ਼ਾਰਾ ਦਿੰਦੇ ਹਨ ਕਿ ਜੇ ਅੱਗੇ ਸਫਲਾ ਕਰਨਾ ਹੀ, ਜਨਮ ਸਹੀ ਬਿਤਾਣਾ ਹੀ ਭਾਈ, ਤੇ ਫਿਰ ਇਹ ਜਨਮ 'ਚ ਭਗਤੀ ਕਰ। ਜਿਸ ਤਰ੍ਹਾਂ ਧਰੂ ਦੀ ਮਾਂ ਨੇ ਕਿਹਾ ਸੀ ਕਿ ਅਸੀਂ ਭਗਤੀ ਨਹੀਂ ਕੀਤੀ, ਰਾਜੇ ਨੇ ਤਾਂ ਸਾਨੂੰ ਘਰੋਂ ਕੱਢਿਆ ਹੋਇਆ ਹੈ। ਮਾਂ ਨੇ ਕਿਹਾ, ਪੁੱਤਰ ਨੂੰ ਕਿਹਾ ਭਗਤੀ ਘੱਟ ਹੈ, ਭਗਤੀ ਕਰ ਫਿਰ ਰਾਜ ਮਿਲ ਜਾਏਗਾ। ਫਿਰ ਭਗਤੀ ਕੀਤੀ ਧਰੂ ਨੇ, ਭਗਤ ਨੇ। ਸਤਿਗੁਰੂ ਮਹਾਰਾਜ ਇਹੀ ਆਖਦੇ ਹਨ ਕਿ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਇਸ ਜਨਮ ਅੰਦਰ ਭਗਤੀ ਸ਼ੁਰੂ ਕਰਤੀ ਹੈ, ਅੱਗੇ ਫਿਰ ਮਿਲੇਗਾ। ਮਹੱਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਨਾਮ ਰੂਪ ਅੰਮ੍ਰਿਤ, ਜਿਹੜਾ ਅੰਮ੍ਰਿਤ ਹੈ ਨਾ, ਨਾਮ ਹੈ, ਹਰੇਕ ਜੀਵ ਦੇ ਹਿਰਦੇ ਰੂਪ ਘਰ ਵਿੱਚ ਭਰਿਆ ਹੋਇਆ ਦਰਅਸਲ। ਪਰ ਮਨਮੁੱਖਾਂ ਨੂੰ ਉਸ ਦਾ ਸਵਾਦ ਨਹੀਂ ਆਉਂਦਾ। ਪਤਾ ਨਹੀਂ ਕੀ ਚੱਕਰ ਹੈ। ਅੰਮ੍ਰਿਤ ਸਭ ਦੇ ਕੋਲ, ਮਜ਼ੇ ਦੀ ਗੱਲ, ਪ੍ਰਗਟ ਨਹੀਂ ਹੋਇਆ। ਮਨਮੁੱਖਾਂ ਨੂੰ ਸਵਾਦ ਆ ਨਹੀਂ ਰਿਹਾ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਿਵੇਂ ਹਿਰਨ ਆਪਣੀ ਨਾਭੀ ਵਿੱਚ ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿੱਚ ਭੁੱਲਿਆ ਹੋਇਆ ਭਟਕਦਾ ਹੈ, ਇੱਧਰ ਉੱਧਰ ਭੱਜਦਾ ਹੈ ਕਿ ਬੜੀ ਤੇਜ਼ ਖੁਸ਼ਬੂ ਆਈ ਹੈ ਕਸਤੂਰੀ ਦੀ, ਪਰ ਹੈ ਉਹਦੇ
ਨਾਭੀ ਵਿੱਚ ਤੇ ਭੁੱਲਿਆ ਹੋਇਆ ਭਟਕਦਾ ਹੈ। ਤਿਵੇਂ ਮਨਮੁਖ ਨਾਮ ਅੰਮ੍ਰਿਤ ਨੂੰ ਛੱਡ ਕੇ ਵਿਹੋ ਜ਼ਹਿਰ ਨੂੰ ਇਕੱਠਾ ਕਰਦਾ ਰਹਿੰਦਾ। ਸਤਿਗੁਰ ਕਹਿੰਦੇ ਉਹ ਵਿਹੋ ਦੇ ਪਿੱਛੇ ਲੱਗਿਆ ਹੈ, ਮਾਇਆ ਇਕੱਠੀ ਕਰ ਲੈਣਾ, ਮਾਇਆ ਇਕੱਠੀ ਕਰ ਲੈਣਾ, ਹੈ ਤੇ ਵਿਹੋ ਜ਼ਹਿਰ ਹੀ ਹੈ, ਨਾਲ ਤੇ ਜਾਂਦੀ ਨਹੀਂ। ਠੀਕ ਹੈ, ਗੁਜਰਾਨ ਵਾਸਤੇ ਚਾਹੀਦੀ ਹੈ, ਜੇ ਉਹਦੀ ਵਰਤੋਂ ਸਹੀ ਕਰੀਏ ਗੁਜਰਾਨ ਵਾਸਤੇ ਮਾਇਆ ਹੋਣੀ ਚਾਹੀਦੀ ਹੈ, ਹਰ ਬੰਦੇ ਦੀ ਕਿਰਤ ਹੋਣੀ ਚਾਹੀਦੀ ਹੈ। ਪਰ ਜਿਹਨੂੰ ਲਾਲਚ ਲੱਗ ਗਿਆ ਕਿ ਮਾਇਆ ਹੀ ਸਭ ਕੁਝ ਹੈ, ਉਹਦਾ ਕੀ ਬਣੇਗਾ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੱਲ ਤਾਂ ਇੱਧਰ ਮੁੱਕਦੀ ਹੈ ਨਾ ਜੀ। ਜਿਹਨੂੰ ਮਾਇਆ ਦਾ ਸਵਾਰ ਲੱਗ ਗਿਆ ਉਹ ਤਾਂ ਵੀ ਰੱਜੇਗਾ ਹੀ ਨਹੀਂ, ਉਹ ਤਾਂ ਭੁੱਖਾ ਹੀ ਰਹੇਗਾ। ਭ੍ਰਮ ਦਾ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ। ਪਰ ਉਸ ਦੇ ਵੀ ਕੀ ਵਸ ਹੈ? ਮਨਮੁਖ ਦੇ ਵਸ ਕੁਛ ਨਹੀਂ, ਉਹ ਵਿਚਾਰਾ ਕੀ ਕਰ ਸਕਦਾ। ਕਰਤਾਰ ਨੇ ਉਸਦੇ ਪਿਛਲੇ ਕੀਤੇ ਅਨੁਸਾਰ ਫਲ ਦੇਣਾ, ਉਸ ਨੂੰ ਆਪ ਹੀ ਖੁੰਝਾਇਆ ਹੋਇਆ ਹੈ ਰੱਬ ਦੇ ਨਾਮ ਤੋਂ। ਉਹਨੂੰ ਇਸ ਗੱਲ 'ਤੇ ਆਪ ਹੀ ਲਾਇਆ ਪ੍ਰਤਾਨੇ ਮਾਇਆ ਦੇ ਵਿੱਚ, ਉਹਨੂੰ ਭਟਕਾਤਾ ਹੈ। ਗੁਰਮੁਖ ਵਿਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ। ਵਿਲੇ ਗੁਰਮੁਖ ਨੂੰ ਸੋਜੀ ਪੈਂਦੀ ਹੈ, ਦਰਸਲ ਉਹਨਾਂ ਨੂੰ ਹਿਰਦੇ ਵਿੱਚ ਪਰਮਾਤਮਾ ਦਿਸ ਪੈਂਦਾ ਹੈ। ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ। ਉਹਨਾਂ ਦਾ ਮਨ ਤੇ ਸਰੀਰ ਠੰਡੇ ਠਾਰ ਹੋ ਜਾਂਦੇ ਤੇ ਜੀਵ ਨਾਲੋਂ ਜਪ ਕੇ ਉਹਨਾਂ ਨੂੰ ਨਾਮ ਦਾ ਸਵਾਦ ਆਉਣਾ ਸ਼ੁਰੂ ਹੋ ਜਾਂਦਾ ਹੈ, ਰਸ ਆਉਣਾ ਸ਼ੁਰੂ ਹੋ ਜਾਂਦਾ। ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ। ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ ਦਾ, ਜਿਸ ਤਰ੍ਹਾਂ ਕਹਿੰਦੇ ਅੰਗੂਰ ਮਿੱਠਾ ਹੈ ਨਾ ਫਲ, ਇਹ ਹਿਰਦੇ ਵਿੱਚ ਉਗ ਜਾਂਦਾ ਹੈ। ਨਾਮ ਵੀ ਪ੍ਰਗਟ ਕੀਤਾ ਜਾਂਦਾ ਹੈ ਗੁਰਮੁਖਾਂ ਨਾਲੋਂ। ਉੱਪਰੋਂ ਨਾਮ ਪਾ ਪਾ ਕੇ ਅੰਦਰੋਂ ਅੰਮ੍ਰਿਤ ਦਾ ਭਾਂਡਾ ਖੁੱਲ੍ਹ ਜਾਂਦਾ, ਫਿਰ ਇਹ ਵਗਦਾ ਹੈ, ਇਹਦੇ ਅੰਦਰੋਂ ਰਸ ਆਉਣਾ ਸ਼ੁਰੂ ਹੁੰਦਾ। ਅਤੇ ਸ਼ਬਦ ਹੀ ਦੀ ਰਾਹੀਂ ਹਰੀ ਨਾਲ ਮੇਲ ਹੁੰਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ਬਦ ਨਾਲ ਹੀ ਅਖੀਰ ਵਿੱਚ ਮਿਲਾਪ ਹੋ ਜਾਂਦਾ ਹੈ। ਜੋ ਹਿਰਦੇ ਵਿੱਚ ਰੋਜ਼ਾਨਾ ਉੱਪਰੋਂ ਵਾਹਿਗੁਰੂ ਦਾ ਸਿਮਰਨ ਪਾਉਂਦੇ ਹਨ। ਤੁਸੀਂ ਕਦੀ ਦੇਖਿਆ, ਤੁਸੀਂ ਘਰ ਦੇ ਸਮਰਸੀਬਲ ਲਗਾਓ, ਮੋਟਰ ਪੰਪ, ਅਖੀਰ ਵਿੱਚ ਜਦੋਂ ਖੁਦਾਈ ਹੋ ਜਾਂਦੀ ਨਾ, ਪੂਰੀ ਬੋਰਿੰਗ ਥੱਲੇ ਚਲੀ ਜਾਂਦੀ ਹੈ, ਅਤੇ ਉਹ ਜਿਹੜੇ ਦਿਹਾੜੀਦਾਰ ਹੈ ਉਹ ਤੁਹਾਨੂੰ ਕਹਿਣਗੇ ਪਾਣੀ ਲਿਆਓ ਫਟਾਫਟ, ਟੱਬ ਭਰ ਕੇ ਨਾ ਵੱਡਾ, ਉਹ ਪਾਣੀ ਪਾਉਂਦੇ ਪਾਈਪ ਦੇ ਜ਼ਰੀਏ। ਉਹ ਕਿਉਂ ਪਾਉਂਦੇ? ਕਿਉਂਕਿ ਉੱਪਰੋਂ ਪਾਣੀ ਪਏਗਾ ਤਾਂ ਹੀ ਥਲਵਾ ਉੱਪਰ ਚੜ੍ਹੇਗਾ ਨਾ। ਕੋ ਸਤਨਾਮ ਸ਼੍ਰੀ। ਇਹ ਨਾਮ ਵੀ ਇੰਜੀ ਨੇ, ਉੱਪਰੋਂ ਪਾਓ, ਅੰਦਰ ਹਿਰਦੇ ਜਾਏਗਾ, ਅੰਦਰ ਜਿਹੜਾ ਸੁਹਾਰਾ ਹੈ ਰਸ ਉਹ ਪ੍ਰਗਟ ਹੋ ਜਾਏਗਾ। ਇਹ ਸੇਮ ਉਹੀ ਗੱਲ ਹੈ ਪਾਣੀ ਦੇ ਜਿਹੜੇ ਸਮਰਸੀਬਲ ਵਾਲੀ। ਨਾਮ ਵੀ ਇਸੀ ਤਰ੍ਹਾਂ ਹਿਰਦੇ ਵਿੱਚ ਪ੍ਰਗਟ ਕਰਨਾ ਪਏਗਾ। ਸ਼ਬਦੇ ਹੀ ਨਾਉ ਉਪਜੇ ਸ਼ਬਦੇ ਮੇਲ ਮਿਲਾਇਆ। ਸਤਿਗੁਰ ਦੇ ਸ਼ਬਦ ਨਾਲ ਨਾਮ ਹਿਰਦੇ ਵੀ ਪ੍ਰਗਟ ਹੁੰਦਾ ਹੈ। ਬਿਨ ਸ਼ਬਦੇ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ। ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਪਾਗਲ ਹੋਇਆ ਪਿਆ ਅਤੇ ਮਨੁੱਖਾਂ ਜਨਮ ਵਿਅਰਥ ਹੀ ਗਵਾ ਕੇ ਜਾਂਦਾ ਹੈ। ਪਾਗਲ ਸਾਰੀ ਜ਼ਿੰਦਗੀ ਗਵਾ ਦਿੰਦਾ ਹੈ ਜੀ। ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਹੇ ਨਾਨਕ, ਗੁਰੂ ਦਾ ਇੱਕ ਸ਼ਬਦ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਜਲ ਹੈ ਜੋ ਸਤਿਗੁਰ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ। ਇਹ ਅੰਮ੍ਰਿਤ ਜਲ ਹੈ ਦਰਸ਼ਨ ਸ਼ਬਦ। ਇਹ ਸਤਿਗੁਰ ਦੇ ਸਾਹਮਣੇ ਸਨਮੁਖ ਜੋ ਇਹ ਹੋਏਗਾ, ਜੋ ਸਨਮੁਖ ਰਹਿਣਗੇ ਸਿੱਖ ਉਹਨੂੰ ਮਿਲੇਗਾ ਸਿਰਫ। ਪੌੜੀ ਸੋ ਹਰ ਪੁਰਖ ਅਗਮ ਹੈ ਕੋ ਕਿਤ ਬਿਦ ਪਾਈਏ। ਇਹ ਭਾਈ ਦੱਸ ਉਹ ਹਰੀ ਜੋ ਅਗਮ ਪੁਰਖ ਹੈ ਕਿਸ ਤਰ੍ਹਾਂ ਮਿਲ ਸਕਦਾ ਹੈ। ਸਤਿਗੁਰੂ ਪੁੱਛ ਰਹੇ ਹੈ ਕਿ ਵਾਹਿਗੁਰੂ ਕਿਸ ਤਰ੍ਹਾਂ ਮਿਲੇਗਾ, ਸਾਨੂੰ ਵੀ ਦੱਸੋ। ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਏ। ਉਸਦਾ ਕੋਈ ਰੂਪ ਨਹੀਂ ਹੈ, ਕੋਈ ਰੇਖ ਨਹੀਂ ਹੈ, ਦਿਸਦਾ ਵੀ ਨਹੀਂ ਪ੍ਰਭੂ, ਅਦ੍ਰਿਸ਼ ਹੈ। ਉਸ ਨੂੰ ਕਿਵੇਂ ਸਿਮਰੀਏ?
निरंकार निरंजन हर अगम, क्या कह गुण गाइए। शकल तो बिना है, माया तो रहित है प्रभु, पहुँच तो परे है, की आख के उसकी सिफत सलाह करिए। ਕਿਹੜੀ ਭਗਤੀ ਕਰੀਏ, ਕਿਸ ਤਰ੍ਹਾਂ ਪ੍ਰਭੂ ਨੂੰ ਪਾਈਏ। ਸਤਿਗੁਰੂ ਪੁੱਛਦੇ ਹਨ। ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ। ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦਿੰਦਾ ਹੈ, ਉਹ ਪ੍ਰਭੂ ਦੇ ਰਾਹ 'ਤੇ ਟੁਰਦਾ ਹੈ। ਦਰਅਸਲ ਸਮਝ ਵੀ ਉਹੀ ਦਿੰਦਾ, ਬੁੱਧੀ ਵੀ ਪ੍ਰਭੂ ਦਿੰਦਾ, ਫਿਰ ਉਹ ਰਾਹ 'ਤੇ ਟੁਰੇਗਾ। ਗੁਰਪੂਰੈ ਵੇਖਾ ਲਿਆ गुर सेवा पाइए। पूरे गुरु ने ही उसका दीदार कराया है। गुरु की दसी कार कीतियां ही वो मिल सकता है, सिर्फ गुरु की दसी कार पे। ईश्वर के सेवा अखीरली पंक्तियां ही सतगुरु ने मनुख नूं सेवा नाल जोड़िया है। गुरु की सेवा, संगत की सेवा नाल ਤੇ ਸੇਵਾ ਤੋਂ ਹੀ ਪ੍ਰਾਪਤੀਆਂ ਹੁੰਦੀਆਂ ਹਨ। ਭਾਈ ਮੰਝ ਜੀ ਨੂੰ, ਆਪ ਜੀ ਨੂੰ ਪਤਾ ਹੈ, ਗੁਰੂ ਪ੍ਰਾਪਤ ਹੋਏ ਸੇਵਾ ਤੋਂ। ਲੱਗਾ ਪਰਉਪਕਾਰੀ ਨੂੰ ਗੁਰੂ ਪ੍ਰਾਪਤ ਹੋਏ ਭਾਈ ਸੇਵਾ ਤੋਂ। ਬਾਬਾ ਬੁੱਢਾ ਜੀ ਨੂੰ ਪ੍ਰਾਪਤੀ ਹੋਈ ਸੇਵਾ ਤੋਂ। ਗੁਰੂ ਅੰਗਦ ਦੇਵ ਜੀ ਮਹਾਰਾਜ, ਦੂਸਰੇ ਗੁਰੂ ਸਾਡੇ ਭਾਈ ਲਹਿਣਾ, ਉਹਨਾਂ ਨੂੰ ਪ੍ਰਾਪਤੀਆਂ ਹੋਈ ਸੇਵਾ ਤੋਂ। ਫਿਰ ਅਸੀਂ ਸੇਵਾ ਤੋਂ ਬਿਨਾਂ ਪ੍ਰਾਪਤੀਆਂ ਕਿੰਝ ਕਰ ਸਕਦੇ ਹਾਂ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਕੌਣ ਕਹਿੰਦਾ ਹੈ ਸੇਵਾ ਵਿਰਥੀ ਜਾਂਦੀ ਹੈ। ਇੱਕ ਤਿਲ ਨਹੀਂ ਭੰਨੇ ਘਾਲੇ। ਸਤਿਗੁਰੂ ਮਹਾਰਾਜ ਕਹਿੰਦੇ, ਸਿੱਖਾ ਤੇਰੇ ਕੋਲ ਨਹੀਂ ਸਮਾਂ ਨਾ, ਬਾਹਰ ਜਾਂਦੇ ਹੋਏ ਰਾਹ ਵਿੱਚ ਕੋਈ ਪੱਤਾ ਗਿਰਿਆ ਹੋਵੇ ਨਾ, ਪੱਤਾ ਜਾਂ ਕਾਗਜ਼ ਦਾ ਟੁਕੜਾ, ਡੋਣਾ ਜਿਹਨੂੰ ਕਹਿੰਦੇ, ਕੜਾ ਪ੍ਰਸ਼ਾਦ ਦਾ, ਉਹ ਚੁੱਕ ਕੇ ਜਾ ਕੇ ਕੂੜੇਦਾਨ ਦੇ ਵਿੱਚ ਸੁੱਟ ਦੇ। ਮੈਂ ਤੇ ਤੇਰੀ ਇੰਨੀ ਵੀ ਸੇਵਾ ਥਾਂ ਪਾ ਦਾਂਗਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇੰਨੀ ਵੀ ਬਰੀਕੀ ਨਾਲ ਸੋਚਿਆ ਜਾਏ ਤੇ ਸੇਵਾ ਨੂੰ ਮਨਜ਼ੂਰੀ ਹੈ, ਪਰ ਹੰਕਾਰ ਤੋਂ ਰਹਿਤ ਹੋਵੇ। ਉਹਦੇ ਵਿੱਚ ਮੈਂ ਨਾ ਆ ਜਾਵੇ। ਮੈਂ ਆਉਂਦੇ ਹੀ ਸਾਰਾ ਕੁਝ ਜਾਣਾ ਸ਼ੁਰੂ ਹੋ ਜਾਏਗਾ। ਵਾਪਸੀ ਸੇਵਾ ਕੀਤੀ ਵੀ ਪਰ ਬਿਰਥੀ ਗਈ, ਨਾਲ ਨਹੀਂ ਗਈ, ਰਹਿ ਗਈ। क्योंकि विधि नहीं सी, ज्ञान नहीं सी, अपने मन नूं हावी होण दिता, मन की गल मन ली, गुरमत नहीं पाई, फिर भटकना पिया। ऐसा कम मूले ना कीचै जित अंत पछुताई। ये तुक भी पढ़िया करो। ये तुक बड़ा ही ज्ञान देती है कि जदों भी माड़ा फुरना आए ना मन विच, ते ये आनंद साहिब जी तुक्कां दोहरा लिया करो। प्यायो क्या करो कि ऐसा काम ना हो जाए महाराज, अंत जाके फिर लेखा देना औखा हो जाऊगा, फिर पछतावांगे, फिर समा हाथ नहीं आना। अज असी मीट शराब खा लें, पार्टियां ते वरता दें। क्यों? सानू पता नहीं हत्या दोष है, किसी जीव की हत्या करानी। तुसी अपने बच्चे की खुशी मंग रहे हो एक पासे कि बच्चे का वड्डी उम्र होवे, लंबी उम्र होवे, और दूजे पासे एक जीव हत्या भी हो रही है। कि यह गलत काम नहीं। ऐसा कम मूले न कीचे जित अंत पछुताई। लेखा देना तेरी जान नू, लेखा ते परमात्मा तेरे को ले लूगा। जड़े खाण पीण वाले तेरे यार दोस्त मित्र है, पार्टियां, ये सब तो उन्होंने हटा लेनी है भाई, पर अखीर विच जदों हिसाब किताब हो जाएगा, उन्होंने तेरे उपर दोष मढ़ देना है धर्मराज ने। की फायदा होया? दुनियादारी का की फायदा होया? यही जे गुरमत होंदी ते तू घर दे अंदर भावें कोई नाराज़ होवे चाहे राजी होवे, तू सुखमनी साहिब दे पाठ करा लैंदा, अखंड पाठ दे रखवा लैंदा यज्ञ, ते पाठी ਸਿੰਘਾਂ ਦੀ अपने हत्थी सेवा करता। नौकरां कोल नहीं, अपने हत्थी उन्हां दे हाथ तो आंदा, पानी पिलांदा, लंगर पांदा थाल, ते उन्हां नूं वस्त्र दान करदा। ਉਹ ਕੰਮ ਕਰਦਾ ਜਿਹੜੇ ਨਾਲ ਵੀ ਨਿਭੇ ਭਾਈ। ਉਹ ਕੰਮ ਕਰਦੇ ਜਿਹੜੇ ਨਾਲ ਤੇ ਨਿਭਦੇ।
नहीं अकल सी। हुण समा लंघ गया, उम्र लंघ गई, पाप हो गए, हुण लेखा देना पेगा। हुण किस तरह मुकावांगे, किस तरह मुकावांगे? ये मुकान का इक्को ही रस्ता है, हुण भी गलती मान लो बस, गुरु अगे आओ, को महाराज गलती हो गई, माफ़ कर दो। हुण बाकी जो रह गया है ना, ਉਹਦੇ ਵਿੱਚ ਮੈਨੂੰ ਨਾਮ ਜਪਾ ਲਓ, ਗੁਰਮਤਿ ਬਖਸ਼ੋ, ਗੁਰੂ ਦੀ ਕਿਰਪਾ ਬਖਸ਼ੋ, ਨਦਰ ਕਰੋ, ਅੰਮ੍ਰਿਤ ਵੇਲਾ ਬਖਸ਼ੋ, ਅੰਮ੍ਰਿਤ ਧਾਰੀ ਗੁਰਸਿੱਖ ਬਣਾਓ, ਅੰਮ੍ਰਿਤ ਬਾਣੀ ਪੜ੍ਹਾਓ, ਅੰਮ੍ਰਿਤ ਬਾਣੀ ਦੀ ਵਿਚਾਰ ਬਖਸ਼ੋ, ਦਇਆ, ਧੀਰਜ, ਧਰਮ, ਸੰਤੋਖ, ਇਹ ਚੀਜ਼ਾਂ ਮੇਰੇ ਵਿੱਚ ਪੈਦਾ ਹੋਣ, ਕਿਸੇ ਦਾ ਬੁਰਾ ਨਾ ਚਿਤਵਾਂ, ਮਨ ਵਿੱਚ ਗਲਤ ਫੁਰਨਾ ਵੀ ਨਾ ਆਵੇ। ਇਹ ਚੀਜ਼ਾਂ ਧਾਰੋਗੇ, ਧੀਰੇ ਧੀਰੇ ਉਹ ਜਿਹੜੇ ਪਿਛਲੇ ਹੈ ਨਾ ਕਰਮ, ਉਹ ਤੁਹਾਡੇ ਲੇਖੇ ਮਿਟਣੇ ਸ਼ੁਰੂ ਹੋ ਜਾਣਗੇ, ਕਿਉਂਕਿ ਸੰਗਤ ਦੀ ਧੂੜ ਲੱਗੇਗੀ ਮੱਥੇ 'ਤੇ। ਉਹ ਫਿਰ ਤੁਹਾਡੀ ਜਿਹੜੀ ਪਛਤਾਤਾਪ ਦੀ ਅੱਗ ਹੋਏਗੀ, ਉਹ ਗੁਰੂ ਨੂੰ ਬਖਸ਼ਣੇ ਪੈ ਜਾਣਗੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਹੋ ਸਕਦਾ ਹੈ ਇਹ ਕੰਮ ਪੋਸੀਬਲ ਹੈ। ਇਸ ਤਰ੍ਹਾਂ ਤੁਹਾਡੇ ਜੀਵਨ ਦੇ ਅੰਦਰ ਖੁਸ਼ਬੂ ਆ ਜਾਏਗੀ। ਸੰਗਤ ਵਿੱਚ ਆ ਕੇ ਗਨਕਾ ਨਹੀਂ ਜੋ ਬਖਸ਼ੀ ਗਈ, ਗਨਕਾ ਪਾਪਨ ਤੋਂ ਉਦਾਹਰਨ ਲੈ ਲਓ। ਅਜਾਮਲ ਨਹੀਂ ਪਾਪੀ ਸੀ, ਡਾਕੂ ਹੋ ਕੇ ਵੀ ਪਾਪੀ ਤੋਂ ਪਾਪੀ ਹੋ ਕੇ ਬਖਸ਼ੇ ਗਏ ਜੀ, ਅਤੇ ਫਿਰ ਤੁਹਾਨੂੰ ਕਿਉਂ ਨਹੀਂ ਬਖਸ਼ੇਗਾ? ਤੁਹਾਨੂੰ ਵੀ ਬਖਸ਼ ਦੇਣਗੇ, ਪਰ ਉਹਨਾਂ ਦੇ ਵਰਗਾ ਬਣੋ। ਉਹਨਾਂ ਨੇ ਮੁੜ ਕੇ ਉਹ ਕੰਮ ਨਹੀਂ ਕੀਤਾ ਜਿਹਦੇ ਅੰਦਰ ਕਲਗੀਆਂ ਵਾਲੀ ਦੀ ਪਿੱਠ ਹੋ ਜਾਵੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਮੇਰੇ ਰੁੱਸੇ ਨਾ ਕਰਗੀਆਂ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜਾਏ, ਜਗ ਦੀ ਪਰਵਾਹ ਨਾ ਕਰਿਆ ਕਰੋ। ਕਲਗੀਆਂ ਵਾਲਾ ਆਪੇ ਨਿਬੇੜ ਲੇਗਾ ਉਹਨਾਂ ਨੂੰ। ਤੁਸੀਂ ਆਪਣੀ ਸਿਰਫ ਸਾਂਝ ਪਾਓ ਅਤੇ ਕਲਗੀਆਂ ਵਾਲੇ ਨਾਲ ਪਾਓ। ਜੇ ਦੇਣਾ ਹੈ ਨਾ ਉਹਨੇ, ਕੋਡੀ ਤੋਂ ਵੀ ਤੁਹਾਨੂੰ ਬਣਾ ਦੇਗਾ। ਬੜੀ ਬਖਸ਼ਿਸ਼ ਹੈ ਮਹਾਰਾਜ। ਇਹ ਤਾਂ ਕੋਡੀ ਅੱਗੇ ਭਾਗ ਲੱਗ ਗਏ। ਕੋਈ ਗੁਰਸਿੱਖ ਪਿਆਰਾ ਨਾ ਕੋਡੀ ਲੈ ਕੇ ਘਰੋਂ ਚੱਲਿਆ ਨਾ, ਕੋਡੀ ਸਤਿਗੁਰ ਜੀ ਨੇ ਉਹਦੀ ਵੀ ਥਾਂ ਪਾ ਕੇ ਜੇਬੋਂ ਕਢਾ ਲੈਣੀ ਹੈ ਕੋਡੀ। ਹਜ਼ਾਰੋਂ ਲੱਖਾਂ ਨੋਟ ਗਿਰੇ ਹੋਣਗੇ, ਨਹੀਂ ਦੇਖੇਗਾ ਰੱਬ। ਉਸ ਗਰੀਬ ਦੇ ਜੇਬ ਦੀ ਜਿਹੜੀ ਕੋਡੀ ਹੈ ਨਾ, ਉਹ ਵੀ ਕਢਾ ਕੇ ਧਰਵਾ ਲੇਗਾ ਗੋਲਕ ਵਿੱਚ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਗੁਰੂ ਦੀ ਮਹਿਮਾ ਹੈ ਸਾਡੇ। ਇਹ ਗੁਰੂਆਂ ਦੇ ਜਿਹੜੇ ਪਰਉਪਕਾਰ ਹਨ, ਜਿਨ੍ਹਾਂ ਦੀ ਦਇਆ ਕਰਕੇ ਅਸੀਂ ਸਿੱਖੀ ਖੜੀ ਹੈ, ਮਰਿਆਦਾ 'ਤੇ ਖੜੀ ਹੈ ਸਿੱਖੀ। ਕਿਸੇ ਬੰਦੇ 'ਤੇ ਨਹੀਂ। ਅਕਬਰ ਆਇਆ ਸੀ ਹੰਕਾਰ ਵਿੱਚ, ਤੀਜੇ ਪਾਤਸ਼ਾਹ ਕੋਲ ਆ ਗਿਆ ਅਕਬਰ। ਬੜਾ ਰਾਜਾ ਸੀ ਦਿੱਲੀ ਦੇ, ਸ਼ਹਿਨਸ਼ਾਹ, ਮੁਗਲਾਂ ਦਾ ਰਾਜਾ। ਬੜਾ ਨਾਂ ਸੁਣਿਆ ਗੁਰੂ ਅਮਰਦਾਸ ਜੀ ਦਾ। ਗੋਇੰਦਵਾਲ ਆਇਆ ਦਰਸ਼ਨ ਕਰ, ਆ ਕੇ ਬੜੀ ਹੰਕਾਰ ਨਾਲ ਕਹਿੰਦਾ ਕਿ ਲਸ਼ਕਰ ਨੂੰ, ਕਹਿੰਦਾ ਮੰਤਰੀਆਂ ਨੂੰ, ਜਾਓ ਅੰਦਰ ਆ ਕੇ ਗੁਰੂ ਪੀਰਾਂ ਨੂੰ ਕਹੋ ਕਿ ਅਕਬਰ ਆਇਆ। ਅਕਬਰ, ਗੁਰੂ ਅਮਰਦਾਸ ਜੀ ਕਹਿੰਦੇ ਅਕਬਰ ਨੂੰ ਕਹੋ ਜਿੱਥੇ ਬੈਠਾ ਉੱਥੇ ਹੀ ਬੈਠਾ ਰਹੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਕਹਿੰਦਾ ਬਾਹਰ ਤੇਰੀ ਜਗ੍ਹਾ ਹੈ ਭਾਈ, ਬਾਹਰ ਹੀ ਬਹਿ, ਤੂੰ ਸੰਗਤ ਜੋਗਾ ਅਜੇ ਹੋਇਆ ਨਹੀਂ। ਦੱਸ, ਤੇਰਾ ਮਨ 'ਚ ਹੰਕਾਰ ਹੀ ਨਹੀਂ ਹਟਿਆ, ਤੂੰ ਰਾਜਾ ਬਣ ਕੇ ਆਇਆ ਅੰਦਰ। ਖੈਰ ਉਹ ਬੈਠ ਗਿਆ। ਵੇਟਿੰਗ ਸ਼ੁਰੂ, ਘੰਟਾ, 2 ਘੰਟਾ, 3 ਘੰਟੇ ਗੁਰੂ ਅਮਰਦਾਸ ਜੀ ਨੇ ਬੁਲਾਇਆ ਹੀ ਨਹੀਂ ਉਹਨੂੰ, ਅੰਦਰ ਹੀ ਨਹੀਂ ਬੁਲਾਇਆ। ਉਹ ਬੜਾ ਗੁੱਸੇ 'ਚ ਆ ਗਿਆ। ਕਹਿੰਦਾ ਕਿ ਸ਼ਹਿਨਸ਼ਾਹ ਨੂੰ ਇੰਤਜ਼ਾਰ ਕਰਾਏਗਾ, ਰਾਜੇ ਮਹਾਰਾਜਾ ਕੋਲ ਸਮਾਂ ਨਹੀਂ ਹੁੰਦਾ। ਇਹਨਾਂ ਨੂੰ ਕਹੋ ਕਿ ਅਕਬਰ ਆਇਆ, ਤੁਸੀਂ ਸਹੀ ਤਰ੍ਹਾਂ ਸੁਨੇਹਾ ਨਹੀਂ ਲਾਇਆ। ਗੁਰੂ ਅਮਰਦਾਸ ਜੀ ਨੇ ਕਿਹਾ ਸਾਰਾ ਸੁਨੇਹਾ ਮਿਲ ਗਿਆ ਮੈਨੂੰ, ਮੇਰੇ ਗੁਰਸਿੱਖਾਂ ਨੇ ਸਭ ਕੁਝ ਦੱਸਤਾ। ਉਹਨੂੰ ਕਹੋ ਪਹਿਲੇ ਪੰਗਤ ਫਿਰ ਸੰਗਤ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਜੇ ਮੇਰੇ ਦਰਸ਼ਨ ਕਰਨੇ ਆ, ਪਹਿਲੇ ਲੰਗਰ ਖਾ। ਆਪਣੇ ਘਰ ਬੜਾ ਕੁਝ ਖਾਂਦਾ ਹੋਏਗਾ, ਪਹਿਲੇ ਇੱਕ ਬੁਰਕੀ ਲੰਗਰ ਦੀ ਖਾ ਕੇ ਦੇਖ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਖਾ ਫਿਰ ਲੰਗਰ ਦੇਖ ਕਿਸ ਤਰ੍ਹਾਂ ਗਰੀਬ ਬੰਦੇ, ਕਿਸ ਤਰ੍ਹਾਂ ਨਿਆਸਰੇ ਬੰਦੇ ਇੱਥੇ ਲੰਗਰ ਛਕ ਰਹੇ। ਇੱਕ ਪੰਗਤ ਵਿੱਚ ਨਾਮ ਜਪਦੇ ਹੋਏ ਲੰਗਰ ਛਕ ਰਹੇ ਹੈ। ਪਹਿਲੇ ਲੰਗਰ 'ਤੇ ਛਕ ਨਿਮਰਤਾ ਨਾਲ, ਫਿਰ ਤੈਨੂੰ ਦਰਸ਼ਨ ਦੇਵਾਂਗੇ। ਔਰ ਅਕਬਰ ਨੇ ਖਾਈ। ਦੇਖੋ ਦਰਸ਼ਨ ਦੀ ਖੇਸੀ ਨਾ। ਅਕਬਰ ਨੇ ਲੰਗਰ ਛਕਿਆ। ਲੰਗਰ ਛਕ ਕੇ ਗੁਰੂ ਜੀ ਨੇ ਇਜਾਜ਼ਤ ਦਿੱਤੀ, ਕਹਿੰਦੇ ਆ ਜਾ ਭਾਈ ਅੰਦਰ। ਅੰਦਰ ਆਇਆ, ਬੜਾ ਖੁਸ਼ ਹੋਇਆ, ਪ੍ਰਭਾਵਿਤ ਹੋਇਆ ਗੁਰੂ ਘਰ ਦੀ ਮਰਿਆਦਾ ਤੋਂ। ਕਹਿੰਦੇ ਇਹ ਲੰਗਰ ਮੈਂ ਕਦੀ ਨਹੀਂ ਖਾਇਆ, ਜੇ ਤੁਸੀਂ ਹੋ ਸਕੇ ਤਾਂ ਮੈਨੂੰ ਇਹ ਸਾਰੀ ਸੇਵਾ ਲੰਗਰ ਦੀ
मेरी झोली विच पा दो। आखो सतनाम श्री गुरु जी कहते, गुरु अमरदास जी हजे भी तेरे अंदरों होमे नहीं गई माया, हजे भी नहीं गई। ये तेरे दिते नाल लंगर नहीं चलते। दरअसल इत्थे गरीब बंदा कोडी चढ़ाता है, अमीर बंदा कुछ ज़्यादा पैसे चढ़ाता है, सारियां दी जड़ी चढ़त इकट्ठी होंदी है, उहदे नाल सांझा लंगर बनता है, फिर वरताया जाता है। आखो सतनाम श्री वाह। तेरे एक राजे दे दिते होए लंगर की पूर्ति नहीं पैनी, ये गल नहीं मनते असी। तू जो किया है तेरी गल स्वीकार नहीं करांगे। राजा होएगा तू दिल्ली का, तेरे कोल बहुत माया होएगी, तू लंगर चला भी सकता है पर नहीं चलाना। इत्थे गुरु की खुशी का लंगर चलता है, सांझा लंगर सब का भला होंदा है, सारे दसवंत लैके आंदे ने, नेक कमाई विचों टक्का चढ़ता है, फिर लंगर चलते। फिर उन्होंने समझ आई। अकबर कहंदा महाराज मैं तो बहुत गलत सी, मैं तो भुलिया बैठा सी, मैं तो समझदा सी कि माया नाल सब कुछ खरीदिया जा सकता है, बड़े बड़े पीर भी काबू आ जाते हैं, सिख भी काबू आ जाते, ये तो मेरी गलत सोच हुई ना। खैर अकबर नूं ज्ञान हो गया। अकबर कहंदा मैं एक पिंड की जड़ी धरतियाँ है वो सारा तुहाडे नाल लगा देना, तो उहदे विचों जड़ी कमाई आएगी, फसल उगदी है हर साल, उहदे नाल कुछ लंगर दा हिस्सा पा देना। आखो सतनाम श्री ये तो कर लो। ये कर लिया। गुरु अमरदास जी ने उहदी धरती अज भी गुरुआं दे नाम कराई भी अकबर ने, उस वेले कराते थे। उहदे विचों कुछ हिस्सा फसल का जो चढ़ता है, तो बादशाहियाँ मिलियाँ है ना, बादशाहियाँ, उस करके देखो इन्हों गद्दियाँ एवं नहीं मिली मुगलों नूं, इन्होंने भी गुरु पीरां दी खुशियाँ ले लियाँ। आखो सतनाम श्री देख लो, अगे तो गद्दियाँ चलिए ना दी मुसलमाना दियाँ, ये सब इधरों ही इन्होंने दान पुन करके वधा लिया काम, बच्चों नूं गद्दियाँ मिल गई। खैर गुरसिख तो उस तो भी उच्चा है। गुरसिख अपना गुरु नूं ज़्यादा प्यारा है, राजे महाराजे पिछों प्यारे है, तो गुरु का सिख अमृत धारी गुरसिख, अमृत वेला निभाण वाला गुरसिख, बाणे वाला गुरसिख, ये गुरु नूं ज़्यादा प्यारा ने। ये भी मजे की गल, इहदे नाल प्यार पाओ। गुरसिखी नाल जड़ा प्यार पाएगा वो तो गुरु की खुशी ले लेगा। गुरु की खुशी लैनी है भाई, तो गुरसिखी धार लो। बच्चियां नूं भी ये सुमत बख्शो। जन्मदिन आए ना तुहाडे बच्चियां दा, तो एक काम करया करो, पार्टियां ना करया करो, कपड़े लो, उस बच्चे के नाम ते गरीब परिवारां नूं अपने हथी वस्त्र दान करके आया करो। आखो सतनाम वाहिगुरू। या रोटी जिसे घर खान नूं रोटी नहीं, अन्न नहीं, उन्होंने जाके दे के आया करो, वो ज़्यादा लगेगा। तुहाडी बच्चे की लंबी उम्र या चढ़दी कला आप ही हो जानी है जे ये काम शुरू कर दोगे। किसी बच्चे की मदद कर दिया करो, किसी गुरसिख की ना खुशी ले लो, गुरु की खुशी ने। किसी की किरत कमाई का जरिया होवे, कोई दुखी होवे, अज फाइनैंशली वो स्ट्रोंग नहीं है, अज उन्हें माया की घाट है किसी कारण करके, अज उन्होंने लोड़ है, उन्होंने चक दो। जे तुसी उहदे जीवन नूं चकाता, रोजगार बनाती, तो समझो कलगीधर पिता की खुशी ले ली, तो तुहाडे बच्चे का जन्मदिन किया वो लेखे लगना शुरू हो जाएगा। उहदा की फायदा, तुसी 10 रिश्तेदार इकट्ठे करा ले, केक कट लिया, पार्टियां कर लियां, मीट शराब की रोटी को वरताती, ये की है? ये तो जग दिखावा है जी, ये तो उल्टा ही लेखा देना पेगा इस गल का। हर चीज़ का लेखा है, इसका उल्टा लेखा चढ़ जाएगा, फिर किधर मुकाओगे, किधर दोगे? नहीं कर सकते, इस तरह नहीं कर सकते। एक तरीका होर है, संत दसदे, कहते जन्मदिन आन लगे ना महीना पहले ही
तो बच्चे के नाम दे बच्चे की माता 250 पाठ जपजी साहिब का प्रण कर ले कि महाराज मैं 250 पाठ जपजी साहिब इस बच्चे के नाम का शुरू करता है, मेरे बच्चे की चढ़ती कला करो। आखो सतनाम श्री वाह। आप ही थोड़ी हाजरी लग जाएगी। माया नाल नहीं लगाना चाहते, बाणी नाल लगा दो, वो तो होर अच्छी गल है। माया तो फिर मुक जाएगी भाई, दान पुन तो फिर धर्मराज के बंदे छीन लैणगे, ये तो होर चंगी गल है। वो भी नहीं कर सकते, गुरुद्वारे जाना शुरू कर दो, महीना पहले चलिया रख दो, चलिया रख दो, 21 दिन कर लो। जाके करना की है, जाके जोड़े घर च वड़ जाओ, जोड़े घर च अपना रुमाल कड्डो, जेब विचों एक एक जोड़े नूं पूंजो, हे महाराज मैं उस बच्चे की सिੱਖੀ सिदक वास्ते मंगया करो कि उसकी पगड़ी बरकरार रहे, वो केशां स्वासा संग सिੱਖੀ निभा ले मेरा बच्चा, उसकी चढ़ती कला आप ही हो जाएगी। जे सिख की मंग उच्ची होगी ना, चढ़ती कला तो मंगते हो, सिੱਖੀ सिदक भी मंगया करो कि कोई रोमा की बेदबी ना कर दे बच्चा, कितने सानू लेखा ना देना पै जाए, साडा हिसाब किताब अगे किन जाएगा, गुरु तक खुशी किन जाएगी। ये कर लो, देखो फिर जन्मदिन मनाया कितना तुहाडा सफल हो जाएगा। गुरुद्वारे जाके जोड़े घर च वड़ जाओ, झाड़ू मार लो, भांडे मांज लो, मन साफ हो जाता है, बच्चे का भी मन क्लीयर हो जाएगा। ये विधियां अपनाओ। घर च विआह आवे, विआह तो करने ही होंगे हैं बच्चों के, क्यों नहीं करने होंगे। विआह तो पहले ही सुख लो। सुखन का भाव है नहीं कि मन विच सोच लो, बस मन विच यह सोच लो, हे महाराज मैं अपने बेटे का विआह करन लग्या, तो विआह तो पहले मैं चाहना कि आपनों कुछ अर्पण करा। की अर्पण करा? जिस दिन तुहाडी खुशी मिले। मैं अर्पण करना चाहना 51 पाठ सुखमनी साहिब दे तुहानू करके फिर अपने कार्य रास करावांगा। आखो सतनाम श्री वाह। जपजी साहिब करांगा, घर अखंड पाठ रखावांगा, गुरु के सिखां की सेवा करांगा, घर विच कीर्तन करावांगा, समागम करावांगा, संगत नू वंडांगा, संगत नू लंगर छकावांगा, अपने हथी सेवा करांगा। मेरे ये कार्य रास करो, मेरा बच्चा गुरमत च रहे। मेरी जिहड़ी नूह राणी आनी है घर विच, नवी वोटी दुल्हन, वो भी गुरसिੱਖੀ च रहे, वो भी मर्यादा विच रहे। तां फिर देखो तुहाडे घर देखो किस तरह माँ प्यो की आग्ञा मनते हैं बच्चे। ये चीज़ां अपनाओ, गुरसिੱਖੀ गुरमत इनू सिखाती है। ये चीज़ां ते बैठ के विचार करया करो। जे खाली बैठे हो ना, ये नवे नवे फार्मूले प्लान बनाया करो, जिदे करके तुहाडे अंदर गुरमत हिरदे गरीबी आवे, मन विच निमरता आएगी, मन विच प्यार आएगा गुरु वास्ते। आओ सारे भाई नाम जपो जी, कोई वांझा ना रहा करे। दिल बड़ा ढैंदा है जी, आवाज़ नहीं आती ना अगों, मैं कहता नहीं, पर मैनू पता लगता है कि अंदरों कौन बोलता पाया, कौन नहीं बोल रहा। गुरु भी देख रहा। जरूर साथ दिया करो, 2-4 मिनट ना कुछ फर्क नहीं पैंदा। ये संगत है, ये तुहानू एक घड़ी का सिमरन पता नहीं किहड़े तुहाडे कर्मां विच सुख लिख देगा, किहड़े तुहाडे पाप कट्टे जाणगे। सारे बोलिया करो वाहेगुरु 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 वाहेगुरु।